ਡਾਕਟਰ ਰਾਜ ਬਹਾਦਰ ਨਾਲ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਵੱਲੋਂ ਬੀਤੇ ਕੱਲ ਹੋਈ ਸਰਗਰਮੀ ਤੇ ਪ੍ਰਤੀਕਰਮ ਦਿੰਦਿਆਂ ਰਾਜਾ ਵੜਿੰਗ ਹੋਏ ਲਾਈਵ। ਰਾਜਾ ਵੜਿੰਗ ਨੇ ਕਿਹਾ ਕਿ 71 ਸਾਲਾਂ ਬਜ਼ੁਰਗ ਡਾਕਟਰ ਰਾਜ ਬਹਾਦਰ ਜੀ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਜੀ ਨੇ ਕੱਲ ਜੋ ਸਲੂਕ ਕੀਤਾ ਉਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਇਹ ਵੀ ਕਿਹਾ ਕਿ ਡਾਕਟਰ ਸਾਹਿਬ ਦੀ ਕਾਬਲੀਅਤ ਕਰਕੇ ਹੀ ਰਿਟਾਇਰਮੈਂਟ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਲੈਣ ਲਈ ਬੇਨਤੀ ਕੀਤੀ ਸੀ। ਜਾਣਕਾਰੀ ਵਿੱਚ ਵਾਧਾ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਕਰੋਨਾ ਕਾਲ 'ਚ ਪੰਜਾਬ ਦੇ ਹਾਲਾਤਾਂ ਨੂੰ ਸਥਿਰ ਰੱਖਣ 'ਚ ਡਾਕਟਰ ਸਾਹਿਬ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਉਹ ਸੇਵਾਵਾਂ ਨਿਭਾ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੇਰੀ ਸਿਹਤ ਮੰਤਰੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਜਿਹੜਾ ਦੁਰਵਿਵਹਾਰ ਕੀਤਾ ਉਸ ਲਈ ਉਹ ਮਾਫੀ ਮੰਗਣ ਅਤੇ ਡਾਕਟਰ ਸਾਹਿਬ ਦੇ ਅਸਤੀਫੇ ਨੂੰ ਰੋਕਿਆ ਜਾਵੇ ਕਿਉਂਕਿ ਪੰਜਾਬ ਨੂੰ ਅਜਿਹੇ ਕਾਬਿਲ ਡਾਕਟਰਾਂ ਦੀ ਸਖਤ ਲੋੜ ਹੈ। ਅੱਗੇ ਕੀ ਕਿਹਾ ਰਾਜਾ ਵੜਿੰਗ ਨੇ, ਜਾਣਨ ਲਈ ਦੇਖੋ ਪੂਰੀ ਵੀਡੀਓ। ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਅੱਜ ਤੁਹਾਡੇ ਨਾਲ ਸਵੇਰ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰੀਏ ਔਰ ਤੁਹਾਡੇ ਦਰਸ਼ਨ ਕਰੀਏ। ਕੱਲ ਜਿਹੜੇ ਕਿ ਸਿਹਤ ਮੰਤਰੀ ਹੈ ਜੌੜਮਾਜਰਾ ਮੇਰਾ ਖਿਆਲ ਸਾਹਿਬ ਨੇ ਨਵਾਂ ਚੰਨ ਚੜਾਤਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਦੀ ਸਰਕਾਰ ਬਣੀ ਹੈ ਇਸ ਤਰ੍ਹਾਂ ਦੇ ਨਵੇਂ ਕਾਰਨਾਮੇ, ਕਦੇ ਕੋਈ ਡੀਐਸਪੀ ਸਾਹਿਬ ਦੀ ਕੁਰਸੀ ਤੇ ਜਾ ਕੇ ਬੈਠ ਜਾਂਦਾ ਹੈ, ਕਦੇ ਕੋਈ ਕਿਸੇ ਨੂੰ ਸਵਾਲ ਕਰਨ ਲੱਗ ਪੈਂਦਾ, ਸਕੂਲ 'ਚ ਪਹੁੰਚ ਜਾਂਦੇ ਸਿੱਧਾ, ਕਦੇ ਕਿਸੇ ਹਸਪੀਟਲ 'ਚ ਪਹੁੰਚ ਜਾਂਦੇ ਨੇ। ਔਰ ਕੱਲ ਸਾਡੇ ਸਤਿਕਾਰਯੋਗ ਹੈਲਥ ਮਿਨਿਸਟਰ ਹੁਣੇ ਨਵੇਂ ਬਣੇ ਕਿਉਂਕਿ ਹਰੇਕ ਨੂੰ ਲੱਗਦਾ ਕਿ ਕੋਈ ਨਾ ਕੋਈ ਨਵੀਂ ਆਈਟਮ ਕਰਾਂਗੇ ਤਾਂ ਸਾਡੀ ਚਰਚਾ ਹੋਵੇਗੀ ਔਰ ਕਈ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਵੀ ਲੱਗਦੀਆਂ ਮੇਰੇ ਦੋਸਤਾਂ ਨੂੰ। ਮੈਂ ਕੱਲ ਦੇਖ ਰਿਹਾ ਸੀ ਕੁਝ ਲੋਕਾਂ ਨੇ ਕਿਹਾ ਕਿ ਬੜਾ ਯਾਰ ਘੈਂਟ ਮੰਤਰੀ ਹੈ। ਸੋ ਕਿਉਂਕਿ 5 ਮਿੰਟ ਲਿਖਦੇ ਲੱਗਦੇ ਆ ਮੰਜੇ ਤੇ ਬੈਠਿਆਂ ਨੂੰ, ਲਿਖਣ ਲੱਗਿਆ ਨੂੰ, ਉਹ ਬੱਲੇ ਚੱਕ ਤੇ ਫਟੇ। ਪਰ ਜੋ ਕੱਲ ਹੋਇਆ ਉਹ ਬਹੁਤ ਮਾੜਾ ਹੋਇਆ। ਮੈਂ ਉਹਦੀ ਨਿੰਦਾ ਕਰਦਾ। ਉਹ ਨਿੰਦਾ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਇੱਕ 73 ਸਾਲ ਦਾ ਵਿਅਕਤੀ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਜਿਹਨੂੰ ਸਰਕਾਰ ਛੱਡਣਾ ਨਹੀਂ ਚਾਹੁੰਦੀ, ਇਸ ਦੇ ਬਾਵਜੂਦ ਵੀ ਲੋਕ ਸੇਵਾ ਦੇ ਵਾਸਤੇ ਹਾਜ਼ਰ ਹੈ, ਲੋਕਾਂ ਦੇ ਭਲਾਈ ਵਾਸਤੇ ਹਾਜ਼ਰ ਹੈ। ਔਰ ਜੋ ਉਹਨਾਂ ਦੇ ਕਾਰਨਾਮੇ ਮੈਨੂੰ ਪਤਾ ਹੈ, ਜੋ ਉਹਨਾਂ ਦੀਆਂ ਕੰਮ ਕੀਤੇ ਗਏ ਨੇ, ਉਹ ਦੁਨੀਆ ਕੀ, ਦੇਸ਼ ਕੀ, ਪੰਜਾਬ ਦੇ ਲੋਕ, ਹਰ ਬੱਚਾ, ਬੰਦਾ, ਵਿਅਕਤੀ ਸ਼ਲਾਘਾ ਕਰਦਾ ਹੈ ਡਾਕਟਰ ਰਾਜ ਬਹਾਦਰ ਜੀ ਦੀ। ਔਰ ਮੈਂ ਸਮਝਦਾ ਕਿਸੇ ਦੇ ਬਾਰੇ ਜਾਣਿਆ ਟਿੱਪਣੀ ਕਰ ਦੇਣੀ ਬੜੀ ਮਾੜੀ ਗੱਲ ਹੈ। ਮੈਂ ਤਾਂ ਰਾਜ ਬਹਾਦਰ ਜੀ ਨੂੰ ਨੇੜਿਓਂ ਹੋ ਕੇ ਦੇਖਿਆ, ਜਾਣਦਾ ਹੈ। ਉਹ ਸਾਡੇ ਫਰੀਦਕੋਟ ਤੇ ਮੁਕਤਸਰ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਔਰ ਹਜ਼ਾਰਾਂ ਲੋਕਾਂ ਦਾ ਡਾਕਟਰ ਰਾਜ ਬਹਾਦਰ ਨੇ ਆਪਦੀ ਜ਼ਿੰਦਗੀ ਦੇ ਵਿੱਚ ਜਾਨਾਂ ਬਚਾਈਆਂ ਔਰ ਐਸੇ ਕਈ ਲੋਕ ਮੈਂ ਵੇਖੇ ਆਪਦੇ ਇਲਾਕੇ ਦੇ ਵਿੱਚ ਜਿਹੜੇ ਰਾਜ ਬਹਾਦਰ ਜੀ ਦੀ ਫੋਟੋ ਲਾ ਕੇ ਉਹਨੂੰ ਪੂਜਦੇ ਨੇ। ਬੇਸ਼ੱਕ ਕਿਸੇ ਨੂੰ ਚੰਗੇ ਲੱਗਦੇ ਹੋਣ ਜਾਂ ਨਾ ਲੱਗਦੇ ਹੋਣ, ਲੇਕਿਨ ਰੱਬ ਤਾਂ ਨਹੀਂ ਕਵਾਂਗਾ, ਲੇਕਿਨ ਰੱਬ ਤੋਂ ਘੱਟ ਵੀ ਨਹੀਂ ਹੈ ਰਾਜ ਬਹਾਦਰ ਜੀ। ਔਰ ਮੈਨੂੰ ਇਹ ਵੀ ਯਾਦ ਹੈ ਕਿ ਪੰਜਾਬ ਸਰਕਾਰ ਨੇ ਅਵਾਰਡ ਦਿੱਤਾ ਸੀਗਾ, ਇਹ ਰਾਜ ਬਹਾਦਰ ਸਾਹਿਬ ਸੀ ਜਦੋਂ ਕੋਵਿਡ ਸਮੇਂ 50,000 ਸੈਂਪਲਸ ਪਰ ਡੇ ਜਿਹੜੇ ਉਹਨਾਂ ਦੀ ਟੀਮ, ਉਹ ਸੀ, ਇੱਕ ਦੋ ਡਾਕਟਰ ਸਾਹਿਬਾਨ ਹੋਰ ਸਨ ਜਿਨ੍ਹਾਂ ਨੇ ਇਹ ਬਣਾਇਆ ਕਿ ਇੱਕ ਦਿਨ ਦੇ ਵਿੱਚ 50,000 ਲੋਕਾਂ ਦੇ ਸੈਂਪਲ ਜਿਹੜੇ ਨੇ ਉਹ ਲਏ ਜਾਣਗੇ ਔਰ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ ਸੀ, ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਸੀ, ਜਿਹੜੇ ਬੈੱਡ ਲੈਣ ਵਾਸਤੇ ਤਰਸਦੇ ਸਨ, ਜਿਹੜੇ ਇੰਜੈਕਸ਼ਨ ਵਾਸਤੇ ਤਰਸਦੇ ਸਨ। ਡਾਕਟਰ ਕੇ ਮੇਰੇ ਖਿਆਲ ਸਾਹਿਬ ਦੀ ਤਾਂ ਮੌਤ ਚਲੇ ਵੀ ਗਏ ਪਹਿਲਾਂ, ਸ਼ਾਇਦ ਕਈ ਡਾਕਟਰ ਸਾਹਿਬਾਨ ਚਲੇ ਗਏ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਸਨ, ਹੋਰ ਜਿਨ੍ਹਾਂ ਨੇ ਇਸ ਕੋਵਿਡ ਦੇ ਦਰਮਿਆਨ ਆਪਦੀਆਂ ਜਾਨਾਂ ਦਿੱਤੀਆਂ, ਆਪਦੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ।
ਇੱਕ 73 ਸਾਲਾਂ ਦਾ ਵਿਅਕਤੀ ਬਿਨਾਂ ਖੌਫ ਤੋਂ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਕਰਦਾ ਰਿਹਾ। ਮੈਂ ਸਲਾਮ ਕਰਦਾ ਡਾਕਟਰ ਰਾਜ ਬਹਾਦਰ ਜੀ ਨੂੰ। ਔਰ ਕੱਲ ਦਾ ਜਿਹੜਾ ਇਨਸੀਡੈਂਟ ਸੀਗਾ, ਬੜਾ ਗੁੱਸਾ ਆਇਆ ਹੋਣਾ ਹੈ ਮੰਤਰੀ ਸਾਹਿਬ ਨੂੰ, ਪਰ ਮੈਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਹੈ ਔਰ ਜਨਤਾ ਨੂੰ ਵੀ ਕਹਿਣਾ ਚਾਹਣਾ ਹੈ, ਮੇਰੇ ਸਾਥੀਆਂ ਨੂੰ ਜਿਹੜੇ ਕਹਿੰਦੇ ਬੱਲੇ ਬੱਲੇ ਬੱਲੇ। ਇੱਕ ਸਿਸਟਮ ਹੈ, ਹੁਣ ਤਾਂ ਮਿਨਿਸਟਰ ਤੁਸੀਂ ਨੇ, ਤੁਹਾਡੀ ਸਰਕਾਰ ਨੇ 5-6 ਮਹੀਨਿਆਂ ਦੀ। ਕਈ ਵਾਰੀ ਇਹ ਵੀ ਕਿਹਾ ਜਾਂਦਾ ਕਿ ਬਾਹਰਲੀਆਂ ਦਵਾਈਆਂ ਨਾ ਦਿਓ। ਪਹਿਲਾਂ ਤੁਹਾਡਾ ਫਰਜ਼ ਬਣਦਾ ਕਿ ਹਰ ਹਸਪੀਟਲ ਦੇ ਵਿੱਚ ਮੁਕੰਮਲ ਇਨਫਰਾ ਦੀ ਤੁਸੀਂ ਲਿਸਟ ਮੰਗਾਓ ਔਰ ਲਿਸਟ ਮੰਗਾ ਕੇ ਸਾਰੀਆਂ ਚੀਜ਼ਾਂ ਪੂਰੀਆਂ ਕਰੋ, ਚਾਹੇ ਉਹ ਦਵਾਈਆਂ ਹੈ, ਚਾਹੇ ਉਹ ਬਿਸਤਰ ਹੈ, ਚਾਹੇ ਉਹ ਗੱਦਾ ਹੈ, ਚਾਹੇ ਉਹ ਬੈੱਡ ਹੈ। ਇਹ ਸਰਕਾਰ ਨੇ ਲੈ ਕੇ ਆਉਣਾ, ਨਾ ਕਿ ਰਾਜ ਬਹਾਦਰ ਜੀ ਦੀ ਜ਼ਿੰਮੇਵਾਰੀ ਹੈ। ਸਰਕਾਰ ਉਹਨਾਂ ਨੂੰ ਪੈਸਾ ਦੇਵੇ, ਸਰਕਾਰ ਪ੍ਰੋਕਿਓਰ ਕਰੇ ਇਹ ਸਮਾਨ ਦੇਵੇ, ਤੇ ਜਾਂ ਫਿਰ ਇੱਕ ਹੋਰ ਦੂਜਾ ਤਰੀਕਾ, ਉਹਨਾਂ ਚਿਰ ਡਾਕਟਰ ਸਾਹਿਬਾਨ ਕੋਈ ਹਸਪਤਾਲ 'ਚ ਮਰੀਜ਼ ਨਾ ਦੇਖਣ ਜਿੰਨਾ ਚਿਰ ਇਨਫਰਾਸਟ੍ਰਕਚਰ ਪੂਰਾ ਨਹੀਂ ਹੋ ਜਾਂਦਾ। ਬੇਸ਼ੱਕ ਗੱਦਾ ਗੰਦਾ ਹੋਏਗਾ, ਮੈਂ ਤਾਂ ਕਈ ਸਾਲਾਂ ਤੋਂ ਵੇਖਦਾ ਆ ਰਿਹਾ, ਸਰਕਾਰੀ ਹਸਪਤਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਹੈ। ਇਹ 'ਚ ਕੋਈ ਕਥਨੀ ਨਹੀਂ ਹੈ, ਲੇਕਿਨ ਇਹ ਜ਼ਿੰਮੇਵਾਰੀ ਰਾਜ ਬਹਾਦਰ ਜੀ ਨਹੀਂ। ਤੁਸੀਂ ਉਹਨਾਂ ਨੂੰ ਪੈਸਾ ਦਿਓ ਤੇ ਉਹ ਇਹਨਾਂ ਮੈਡੀਕਲ ਯੂਨੀਵਰਸਿਟੀਜ਼ ਦੇ ਵਿੱਚ ਜਾਂ ਹਸਪੀਟਲ ਦੇ ਵਿੱਚ ਜਾਂ ਸਾਡੀਆਂ ਡਿਸਪੈਂਸਰੀਜ਼ ਦੇ ਵਿੱਚ तमाम ਇਨਫਰਾਸਟ੍ਰਕਚਰ ਲੈ ਕੇ ਆਉਣ। ਮੈਨੂੰ ਪਤਾ ਹੈ ਕਿ ਜਦੋਂ ਗਾਇਨੀ ਦੀ ਡਾਕਟਰ ਡਿਲੀਵਰੀ ਕਰਦੀ ਹੈ ਤਾਂ ਉਹਦੇ ਕੋਲੇ ਗਲਵਜ਼ ਵੀ ਨਹੀਂ ਕਈ ਵਾਰੀ ਹੁੰਦੇ। ਇੰਨਾ ਮਾੜਾ ਹਾਲਾਤ ਹੈ। ਕਈ ਆਪਰੇਸ਼ਨ ਥੀਏਟਰ ਜਾ ਕੇ ਦੇਖੋ, ਪੂਰੇ ਕਸਬੇ ਦੇ ਵਿੱਚ। ਤੁਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹੋ, ਕਈ ਇੱਕ ਹਸਪਤਾਲ ਵੀ ਜਿੱਥੇ ਕਿਸੇ ਗਾਇਨੀ ਦੀ ਡਾਕਟਰ ਨਹੀਂ ਹੈ। ਔਰ ਇਹੀ ਸ਼ਾਇਦ ਚੱਕਰ ਰਿਹਾ ਕਿ ਡਾਕਟਰ ਸਾਨੂੰ ਆ ਕੇ ਜੁਆਇਨ ਨਹੀਂ ਕਰਦੇ। ਸ਼ਾਰਟੇਜ ਆਫ ਡਾਕਟਰਸ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਉਹ ਆਪਦੀ ਪ੍ਰਾਈਵੇਟ ਪ੍ਰੈਕਟਿਸ ਕਰਨਾ ਚਾਹੁੰਦੇ ਨੇ। ਔਰ ਅੱਜ ਵੀ ਮਗਰਲੀ ਸਰਕਾਰ ਸਾਡੀ ਵੀ, ਉਸ ਤੋਂ ਪਹਿਲਾਂ ਵਾਲੀ ਸਰਕਾਰ ਵੀ, ਹੁਣ ਵਾਲੀ ਸਰਕਾਰ ਵੀ 6 ਮਹੀਨਿਆਂ ਦੀ ਸਭ ਤੋਂ ਪ੍ਰਾਇੋਰਟੀ ਇਹ ਹੈ ਕਿ ਮੈਂ ਸਮਝਦਾ ਸਕੂਲਸ ਤੋਂ ਵੀ ਜ਼ਿਆਦਾ ਪ੍ਰਾਇੋਰਟੀ ਇਹ ਹੈ ਕਿ ਅਸੀਂ ਡਾਕਟਰਸ ਨੂੰ ਪਹਿਲਾਂ ਜਿਹੜੀ ਹਰ ਹਸਪੀਟਲ ਦੇ ਵਿੱਚ ਜਿੱਥੇ ਡਾਕਟਰਸ ਦੀਆਂ ਜਿੰਨੀਆਂ ਪੋਸਟ ਖਾਲੀ ਪਈਆਂ ਉਹਨਾਂ ਨੂੰ ਭਰੀਏ। ਵਾਰ-ਵਾਰ ਵਿਧਾਨ ਸਭਾ 'ਚ ਵੀ ਸਵਾਲ ਉੱਠਦੇ ਨੇ, ਇਸ ਤੋਂ ਕੋਈ ਕੰਮ ਜ਼ਰੂਰੀ ਨਹੀਂ ਹੈ, ਇਸ ਤੋਂ ਕੰਮ ਪਟਵਾਰੀ ਜ਼ਰੂਰੀ ਨਹੀਂ ਹੈ, ਟੀਚਰ ਇਸ ਤੋਂ ਬਾਅਦ ਚਾਹੁੰਦੇ ਨੇ। ਸਭ ਤੋਂ ਪਹਿਲਾਂ ਕਿ ਅਗਰ ਹਰ ਹਸਪਤਾਲ ਦੇ ਵਿੱਚ ਡਾਕਟਰ ਆ ਜਾਏਗਾ ਤਾਂ ਕਿਸੇ ਵਿਅਕਤੀ ਦੀ ਜਾਨ ਬਚ ਸਕਦੀ ਹੈ। ਸੋ ਲੈ ਕੇ ਆਓ ਡਾਕਟਰਸ। ਔਰ ਇਹੋ ਜੀ ਹਰਕਤ ਕਰਨਾ ਜੋ ਕੱਲ ਹਰਕਤ ਹੋਈ ਹੈ, ਤੁਸੀਂ ਵੀਸੀ ਸਾਹਿਬ ਨੂੰ ਕਹਿ ਸਕਦੇ ਹੋ ਕਿ ਇਹਦੇ ਤੇ ਧਿਆਨ ਦਿਓ। ਫਿਰ ਤੁਸੀਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕਿਉਂ ਨਹੀਂ ਇਹ ਬੈੱਡ ਬਦਲਿਆ ਗਿਆ, ਇਹ ਗੱਦੇ 'ਚ ਕਿਉਂ, ਤੁਹਾਡੇ ਕੋਲੇ ਕੀ ਪੈਸਾ ਹੈਗਾ ਕਿ ਹੈ ਨਹੀਂ, ਕੀ ਕਿਹਨੇ ਲੈ ਕੇ ਆਉਣਾ ਹੁੰਦਾ। ਹੁਣ ਵੀਸੀ ਦੀ ਇਹ ਜ਼ਿੰਮੇਵਾਰੀ ਨਹੀਂ ਸੀ। ਸੋ ਮੈਂ ਸਮਝਦਾ ਕਿ ਬਹੁਤ ਮਾੜਾ ਹੋਇਆ 71 ਸਾਲ ਦੇ ਵਿਅਕਤੀ ਨਾਲ। ਔਰ ਰਾਜ ਬਹਾਦਰ ਜੀ, ਆ 32 ਪੇਜ ਹੈ, ਮੈਂ ਕਢਾ ਕੇ ਲਿਆਇਆ ਡਾਕਟਰ ਰਾਜ ਬਹਾਦਰ ਜੀ, ਇਹਨਾਂ ਦੇ ਬਾਰੇ ਕਿ ਕੀ ਰਾਜ ਬਹਾਦਰ ਜੀ ਨੇ ਕੰਮ ਕੀਤੇ, ਕਿੰਨੀਆਂ ਡਿਗਰੀਜ਼ ਉਸ ਬੰਦੇ ਕੋਲੇ ਨੇ, ਕੀ ਪੜ੍ਹੇ ਨੇ। 32 ਪੇਜਾਂ ਦਾ ਖਰੜਾ ਹੈ। ਆ ਜਿਹੜੇ ਅੰਨੇ ਭਗਤ ਮੇਰੇ ਭਰਾ ਜਿਹੜੇ ਲਿਖਣ ਵਾਲੇ ਆ, ਉਹਨਾਂ ਨੂੰ ਦੱਸਣਾ ਚਾਹੁੰਦਾ ਹੈ, ਕਿਸੇ ਵਿਅਕਤੀ ਨੂੰ ਜਾਣੇ ਬਿਨਾ ਕੁਝ ਵੀ ਲਿਖ ਦੇਣਾ ਬੜੀ ਮਾੜੀ ਗੱਲ ਹੈ। ਕੋਵਿਡ ਆ ਰਿਹਾ ਹੈ, 2 ਮਿਨਿਸਟਰ ਸਾਹਿਬਾਨਾਂ ਨੂੰ ਕੋਵਿਡ ਹੋ ਗਿਆ, ਬੈਂਸ ਨੂੰ ਤੇ ਮੈਡਮ ਕੀ ਨਾਮ ਉਹਦਾ ਮੈਡਮ ਦਾ, ਅਨਮੋਲ ਗਗਨ ਜੀ ਨੂੰ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਦੋਨਾਂ ਨੂੰ ਤੰਦਰੁਸਤੀ ਬਖਸ਼ੇ। ਲੇਕਿਨ ਕੌਣ ਸੰਭਾਲੇਗਾ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਅੱਜ ਕਈ ਲੋਕ ਰਿਜ਼ਾਈਨ ਕਰ ਗਏ ਨੇ। ਔਰ ਕੌਣ ਰਿਜ਼ਾਈਨ ਕਰਕੇ ਗਿਆ ਹੈ? ਮੈਡੀਕਲ ਸੁਪਰਿੰਟੈਂਡੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ KD ਸਿੰਘ ਜੀ ਨੇ ਰਿਜ਼ਾਈਨ ਕਰਤਾ ਕੱਲ ਦੀ ਹਰਕਤ ਤੋਂ ਬਾਅਦ। ਡਾਕਟਰ ਰਾਜੀਵ ਦੇਵਗਨ ਪ੍ਰਿੰਸੀਪਲ GMC ਅੰਮ੍ਰਿਤਸਰ ਰਿਜ਼ਾਈਨ। ਸਤਿ ਸ਼੍ਰੀ ਅਕਾਲ। ਹੁਣ ਜੋੜੇ ਮਾਜਰਾ ਸਾਹਿਬ ਉੱਥੇ ਆਪ ਸਾਰੀਆਂ ਇਹਨਾਂ ਯੂਨੀਵਰਸਿਟੀ 'ਚ ਕੰਮ ਕਰਨਗੇ, ਨਾਲੇ ਗੱਦੇ ਵੀ ਲਿਆਉਣਗੇ। ਫਿਰ ਪਤਾ ਲੱਗੂਗਾ ਵੀ ਕਿੰਨਾ ਧੜੱਲੇਦਾਰ ਮੰਤਰੀ ਹੈ। ਜੇ ਮੰਤਰੀ ਇਹਨਾਂ ਯੂਨੀਵਰਸਿਟੀਆਂ ਵੀ ਚਲਾਏਗਾ, ਬੈੱਡ ਵੀ ਪ੍ਰੋਵਾਈਡ कराएगा, कोविड भी मैनेज करेगा, दवाइयां भी देगा, चंगी गल है।
ਸਾਰੀਆਂ ਜਿਹੜੀਆਂ ਐਸੋਸੀਏਸ਼ਨ ਸੀਗੀਆਂ, ਫੇਮਾ, ਡਾਕਟਰ ਐਸੋਸੀਏਸ਼ਨ, PCMS, ਸਭ ਨੇ ਕੰਡੈਮ ਕੀਤਾ ਇਸ ਗੱਲ ਨੂੰ ਕਿ ਇਹ ਬਹੁਤ ਮਾੜੀ ਗੱਲ ਹੈ। ਇਸ ਤਰ੍ਹਾਂ ਨਾਲ ਅਗਰ ਡਾਕਟਰ ਸਾਹਿਬਾਨਾਂ ਨਾਲ ਦੁਰਵਿਹਾਰ ਹੋ ਰਿਹਾ ਹੈ ਤਾਂ ਕੰਮ ਨਹੀਂ ਚੱਲੇਗਾ। ਔਰ ਉਹ ਵੀ ਉਸ ਬੰਦੇ ਨਾਲ ਯਾਰ। ਮੈਂ ਤਾਂ ਸਲਾਮ ਦੁਬਾਰਾ ਫੇਰ ਰਾਜ ਬਹਾਦਰ ਜੀ ਨੂੰ ਸਲਾਮ, ਵਾਈਸ ਚਾਂਸਲਰ 3 ਟਰਮਸ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ। ਅੱਜ ਮੇਰੀ ਗੱਲ ਹੋਈ ਹੈ ਰਾਜ ਬਹਾਦਰ ਜੀ ਨਾਲ, ਅੱਜ ਆਪਰੇਟ ਕਰ ਰਹੇ ਨੇ ਇੱਥੇ, ਫ੍ਰੀ ਆਉਂਦੇ ਨੇ। ਪ੍ਰੋਜੈਕਟ ਡਾਇਰੈਕਟਰ ਨੇ, ਮੈਂਬਰ ਸੈਕਟਰੀ ਨੇ ਰੀਜਨਲ ਸਪਾਈਨਲ ਇੰਜਰੀ ਸੈਂਟਰ ਮੋਹਾਲੀ। ਲੋਕਾਂ ਦਾ ਫ੍ਰੀ ਸੈਟਰਡੇ ਸੰਡੇ ਆ ਕੇ ਇਲਾਜ ਕਰਦੇ ਨੇ। ਕਿੰਨੇ ਡਾਕਟਰਸ ਨੇ, ਕਿੰਨੇ ਬੰਦੇ ਨੇ ਜਿਹੜੇ ਸੈਟਰਡੇ ਵੀ ਕੰਮ ਕਰਦੇ ਨੇ, ਉਹ ਵੀ ਫ੍ਰੀ। ਥੋੜਾ ਜਿਹਾ ਗੌਰ ਫਰਮਾਓ ਲਿਖਣ ਵਾਲਿਓ। ਔਰ ਕੁਆਲੀਫਿਕੇਸ਼ਨ BSc 1970 ਚ ਪੰਜਾਬ ਯੂਨੀਵਰਸਿਟੀ ਚੋਂ ਕੀਤੀ, MBBS 1974 ਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਤੋਂ ਕੀਤੀ, MS ਆਰਥੋ ਬਨਾਰਸ ਹਿੰਦੂ ਯੂਨੀਵਰਸਿਟੀ, MNA MS 1980 ਚ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ, MNA MS 1997 ਨੈਸ਼ਨਲ ਅਕੈਡਮੀ ਮੈਡੀਕਲ ਸਾਇੰਸ, FIMSA ਇੰਟਰਨੈਸ਼ਨਲ ਇਹ 1998 ਚ ਇੰਟਰਨੈਸ਼ਨਲ ਮੈਡੀਕਲ ਸਾਇੰਸ ਅਕੈਡਮੀ, ਤੇ FAOI 1999 ਚ ST ਜੇਮਸ ਯੂਨੀਵਰਸਿਟੀ ਹਸਪੀਟਲ ਅਲੀਡ UK, then Switzerland, FAMS 2005 ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸ, FIHE 2006 ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਹਸਪੀਟਲ ਇੰਜੀਨੀਅਰਿੰਗ, FRCS 2009 ਚ ਗਲਾਸਗੋ UK, FPA SC 2010 ਅਕੈਡਮੀ ਆਫ ਸਾਇੰਸ ਪੰਜਾਬ। ਆ 32 ਪੇਜ ਹੈ ਉਹ, ਤੇ ਮੈਂ ਪੜ੍ਹਾ ਤਾਂ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਡਿਗਰੀ ਹੈ, ਕਿਉਂਕਿ ਅਸੀਂ ਤਾਂ ਨੇੜੇ ਤੇੜੇ ਵੀ ਨਹੀਂ ਇਹਨਾਂ ਦੇ, ਡਿਗਰੀਆਂ ਵੀ ਨਹੀਂ ਪਤਾ ਲੱਗਦਾ ਵੀ ਕਿਹੜੀਆਂ। ਇਹ ਡਾਕਟਰ ਰਾਜ ਬਹਾਦਰ ਜੀ ਦੀ ਪ੍ਰਾਪਤੀ ਹੈ ਭਾਈ ਸਾਹਿਬ। ਜੋੜੇ ਮਾਜਰਾ ਸਾਹਿਬ, ਹਜੇ ਵੀ ਦੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਜਾ ਕੇ ਹੱਥ ਜੋੜ ਕੇ 71 ਸਾਲਾਂ ਦੇ ਬਜ਼ੁਰਗ ਦੇ ਔਰ ਇਸ ਕਾਬਲ ਵਿਅਕਤੀ ਦੇ ਪੈਰੀ ਹੱਥ ਲਾ ਕੇ ਮਾਫੀ ਮੰਗ ਲਓ। ਲੋਕ ਇਹ ਕਹਿਣਗੇ, ਲੋਕ ਮਾਫ ਜਿਹੜਾ ਮੰਗ ਲੈਂਦਾ ਉਹ ਵੱਡਾ ਹੋ ਜਾਂਦਾ ਉਲਟਾ। ਲੋਕ ਇਹ ਕਹਿਣਗੇ ਕਿ ਯਾਰ ਚਲੋ ਕੋਈ ਗੱਲ ਨਹੀਂ, ਕਈ ਵਾਰੀ ਉਤੇਜਨਾ ਚ ਆ ਜਾਂਦਾ ਵਿਅਕਤੀ, ਅਸੀਂ ਵੀ ਆ ਜਾਂਦੇ ਹਾਂ। ਨਵੇਂ ਮੰਤਰੀ ਬਣੇ ਹੋ, ਉਤੇਜਨਾ ਆਉਣੀ ਵੀ ਚਾਹੀਦੀ ਹੈ, ਚਲੋ ਆ ਗਈ, ਬਟ ਥੋੜਾ ਜਿਹਾ ਵੇਖ ਕੇ ਉਤੇਜਨਾ ਆਪਣੀ ਹਮ ਉਮਰ ਦੇ ਵਿਅਕਤੀ ਨਾਲ ਚੰਗੀ ਲੱਗਦੀ ਹੈ। ਉਤੇਜਨਾ ਬਜ਼ੁਰਗ ਬੰਦੇ ਦੇ ਨਾਲ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਅਸੀਂ ਫਿਰ ਹਉਮੈ ਰੱਬ ਨੂੰ ਨਹੀਂ ਪਸੰਦ ਯਾਰ, ਮੈਂ ਰੱਬ ਨੂੰ ਨਹੀਂ ਪਸੰਦ, ਹੰਕਾਰ ਤਾਂ ਪਸੰਦ ਹੀ ਨਹੀਂ। ਸੋ ਮੇਰੀ ਬੇਨਤੀ ਹੈ ਕਿ ਆਪਾਂ ਆਓ ਸਾਰੇ, ਮੈਂ ਨਹੀਂ ਕਹਿੰਦਾ ਕਿ ਤੁਸੀਂ ਵੀ ਚੰਗੇ ਇਨਸਾਨ ਹੋ ਸਕਦੇ, ਲੇਕਿਨ ਕੱਲ ਵਾਲਾ ਤੁਹਾਡਾ ਜਿਹੜਾ ਵਤੀਰਾ ਸੀਗਾ ਉਹ ਗਲਤ ਸੀਗਾ, ਚੰਗਾ ਨਹੀਂ ਸੀਗਾ, ਲੋਕਾਂ ਨੇ ਸਲਾਹਿਆ ਨਹੀਂ। ਔਰ ਜੇ ਲੋਕਾਂ ਨੇ ਜਿਹੜੀ ਗੱਲ ਸਲਾਹੀ ਨਹੀਂ, ਕਹਿੰਦੇ ਆ ਸਿਆਣੇ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ, ਨਾਨੀ ਜੀ, ਖਾਓ ਮਣ ਪਾਉਂਦਾ ਤੇ ਪਹਿਲੋਂ ਜੱਗ ਪਾਉਂਦਾ। ਤੇ ਜੇ ਦੁਨੀਆ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਜੱਗ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਤਾਂ ਸਾਨੂੰ ਉਹਦੇ ਤੇ ਪਛਤਾਪ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਸਿਆਣਾ ਵਿਅਕਤੀ ਉਹ ਹੈ ਜਿਹੜਾ ਆਪਦੀ ਗਲਤੀ ਦਾ ਅਹਿਸਾਸ ਕਰੇ। ਇਹ ਗੱਲ ਅਗਰ ਤੁਸੀਂ ਕਰੋਗੇ ਤਾਂ ਇਹਦੇ ਨਾਲ तमाम ਡਾਕਟਰ ਸਾਹਿਬਾਨਾਂ ਦੇ ਮਨ ਵਿੱਚ ਇਹ ਗੱਲ ਜਾਏਗੀ, ਕਿਉਂਕਿ ਕਈ ਵਾਰੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕਿ ਨਹੀਂ ਯਾਰ, ਗਲਤੀ ਦਾ ਅਹਿਸਾਸ ਕੀਤਾ ਔਰ ਵੱਡਾਪਨ ਤੁਹਾਡਾ ਨਜ਼ਰ ਆਏਗਾ ਇਸ ਗੱਲ ਦੇ ਵਿੱਚ, ਛੋਟਾਪਨ ਨਜ਼ਰ ਨਹੀਂ ਆਏਗਾ, ਵੱਡਾਪਨ ਨਜ਼ਰ ਆਏਗਾ। ਸੋ ਔਰ ਇਹਦੇ ਨਾਲ ਸਾਡੇ ਜਿਹੜਾ ਆਉਣ ਵਾਲਾ ਸਮਾਂ ਸੌਖਾ ਹੋ ਜਾਏਗਾ, ਹਸਪੀਟਲ ਸਾਡੇ ਭਰੇ ਰਹਿਣਗੇ। ਤੁਹਾਡੀ ਰਹਿਨਮਾਈ 'ਚ ਅਸੀਂ ਤਾਂ ਇਹ ਚਾਹੁੰਦੇ ਕਿ ਹਰ ਹਸਪੀਟਲ ਦੇ ਵਿੱਚ ਡਾਕਟਰ ਹੋਵੇ। ਤੁਹਾਡੀ ਰਹਿਨਮਾਈ 'ਚ ਅਸੀਂ ਚਾਹੁੰਦੇ ਕਿ ਲੋਕ ਇਹ ਕਹਿਣ ਕਿ ਭਾਈ ਹੁਣ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈ ਹੁਣ ਕਾਬਲੇ ਤਾਰੀਫ ਹੈ। ਅਸੀਂ ਤਾਂ ਇਹ ਚਾਹੁੰਦੇ ਹਾਂ ਤੁਸੀਂ ਆਪਦੀ ਛਵੀ ਛੱਡ ਕੇ ਜਾਓ, ਲੇਕਿਨ ਜੇ ਇਹ ਹਾਲਾਤ ਰਹੇ
ਤਾਂ ਮੈਨੂੰ ਲੱਗਦਾ ਕਿ ਹਾਲਾਤ ਬਹੁਤ ਹੋਰ ਨਾਜ਼ੁਕ ਹੋ ਜਾਣਗੇ। ਸੋ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਮੇਰੀ ਗੱਲ ਸੁਣੋਗੇ ਔਰ ਇਸ ਗੱਲ ਤੇ ਆਪਦਾ ਇਹਨੂੰ ਮੇਰੇ ਖਿਆਲ ਮਾਫੀ ਮੰਗ ਲਓਗੇ। ਔਰ ਦੂਸਰੇ ਜਿਹੜੇ ਆਪਣੇ ਨੀਚੇ ਭਰਾ ਮੇਰੇ ਅੰਨੇ ਭਗਤ ਹੈ ਉਹਨਾਂ ਨੂੰ ਮੈਂ ਕਹੂੰਗਾ ਹਰ ਥਾਂ ਤੇ ਪੋਲਿਟਿਕਸ ਨਹੀਂ ਕਰਨੀ। ਰਾਜ ਬਹਾਦਰ ਜੀ ਦੇ ਨਾਮ ਤੇ ਇਹ ਸਾਡਾ ਸਭ ਦਾ ਸਾਂਝਾ ਕੰਮ ਹੈ। ਜੇ ਇਹੋ ਜਿਹੇ ਡਾਕਟਰਸ ਇਹੋ ਜਿਹੇ ਵਾਈਸ ਚਾਂਸਲਰ ਛੱਡ ਕੇ ਚਲੇ ਗਏ ਤਾਂ ਪੰਜਾਬ ਦਾ ਹੈਲਥ ਇਨਫਰਾਸਟ੍ਰਕਚਰ ਹੋਰ ਥੱਲੇ ਆ ਜਾਏਗਾ। ਮਾਫੀ ਚਾਹੁੰਦਾ ਫਿਰ ਵੀ ਮੇਰੀ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ ਕਿਸੇ ਨੂੰ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿਸੇ ਦਾ ਦਿਲ ਦਿਖਾਇਆ ਹੋਵੇ। ਕਈ ਕਹਿਣਗੇ ਤੁਸੀਂ ਨਹੀਂ ਕੀਤਾ, ਫਲਾਂ ਨਹੀਂ ਕੀਤਾ। ਉਹ ਭਾਈ ਸਾਡਾ ਵੇਲਾ ਲੰਘ ਗਿਆ, ਜੇ ਨਹੀਂ ਕੀਤਾ ਤਾਂ ਅਸੀਂ ਬਾਹਰ ਬੈਠੇ ਹਾਂ। ਬਹੁਤ ਕੁਝ ਕੀਤਾ ਪਰ ਜੇ ਨਹੀਂ ਕੀਤਾ ਤਾਂ ਅਸੀਂ ਬਾਹਰ ਬੈਠੇ ਹਾਂ। ਪਰ ਅਸੀਂ ਇਸ ਗੱਲ ਦੀ ਵਾਰੀ-ਵਾਰੀ ਤੁਲਨਾ ਨਹੀਂ ਕਰ ਸਕਦੇ ਕਿ ਤੁਸੀਂ ਨਹੀਂ ਕੀਤਾ। ਹੁਣ ਅਗਲੀਆਂ ਰਾਹਾਂ ਪਾਈਏ, ਅਗਲੀਆਂ ਪਲਾਂਘਾਂ ਪੱਟੀਏ। ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅਸੀਂ ਲੋਕਾਂ ਨੇ। ਪੰਜਾਬ ਨੂੰ ਨਵਾਂ ਨਰੋਆ ਹੁਣ ਅਸੀਂ ਬਣਾਉਣਾ ਹੈ। ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ। ਮਾਫੀ। ਐਂਡ ਰਾਜ ਬਹਾਦਰ ਜੀ ਤੋਂ ਔਰ तमाम ਪੰਜਾਬ ਦੇ ਡਾਕਟਰ ਸਾਹਿਬਾਨਾਂ ਤੋਂ ਮੈਂ ਰਾਜਾ ਵੜਿੰਗ ਹੱਥ ਜੋੜ ਕੇ ਮਾਫੀ ਮੰਗਦਾ। ਸਾਡੇ ਇੱਕ ਦੋਸਤ ਵਿਅਕਤੀ ਭਰਾ ਨੇ, ਸਾਡੇ ਕੁਲੀਗ ਨੇ, ਸਾਡੇ ਇਸ ਪੋਲਿਟਿਕਸ ਦੇ ਪ੍ਰੋਫੈਸ਼ਨ ਦੇ ਨਾਲ ਜੁੜੇ ਉਹ ਸਾਥੀ ਨੇ ਜਿਹੜਾ ਰਾਜ ਬਹਾਦਰ ਜੀ ਦਾ ਦਿਲ ਦਿਖਾਇਆ ਹੈ। ਮੈਂ ਉਸ ਗੱਲ ਦੀ तमाम ਲੋਕਾਂ ਤੋਂ ਮਾਫੀ ਮੰਗਦਾ ਹੱਥ ਜੋੜ ਕੇ। ਧੰਨਵਾਦ।